Hello everyone, welcome to the official YouTube channel of Nimbus Defense Academy. My name is Birpal Singh and today I am here to introduce a new program by Nimbus Defense Academy. So we are here introducing AFP program at the Nimbus Defense Academy जो कि स्पेशली ਉਹਨਾਂ ਬੱਚਿਆਂ ਲਈ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆਰਮਡ ਫੋਰਸ ਪ੍ਰੀਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਵਿੱਚ ਐਡਮਿਸ਼ਨ ਲਈ ਪ੍ਰੀਪੇਅਰ ਕਰਨਾ ਚਾਹੁੰਦੇ ਨੇ ਸਪੈਸ਼ਲੀ ਉਹ ਬੱਚੇ ਜਿਹੜੇ ਕਿ ਪ੍ਰੈਜ਼ੈਂਟਲੀ 10th ਨੇ ਤੇ ਅਗਲੇ ਸਾਲ 11th ਚ ਐਡਮਿਸ਼ਨ ਲੈਣਗੇ ਇਹ ਸਿਰਫ ਉਹਨਾਂ ਬੱਚਿਆਂ ਲਈ ਹੈ ਸੋ ਇਸ ਵੀਡੀਓ ਦੇ ਥਰੂ ਮੈਂ ਤੁਹਾਨੂੰ ਪ੍ਰੋਪਰ ਇੱਕ ਇਨਫੋਰਮੇਸ਼ਨ ਦਵਾਂਗਾ ਕਿ AFP ਅਸਲ ਵਿੱਚ ਹੈ ਕੀ ਬਟ ਐਕਚੁਅਲੀ AFPA is how facilities and training goes at AFPA and how its entrance and interviews take place. So start ਕਰਦੇ ਹਾਂ ਫਸਟ ਸਭ ਤੋਂ ਪਹਿਲਾਂ what is AFPA? AFP ਦਾ ਜੋ ਪੂਰਾ ਨਾਮ ਹੈ that is ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੀਪਰੇਟਰੀ ਇੰਸਟੀਚਿਊਟ ਮੋਹਾਲੀ ਜੋ ਕਿ ਗਵਰਨਮੈਂਟ ਆਫ ਪੰਜਾਬ ਵੱਲੋਂ ਐਸਟੈਬਲਿਸ਼ਡ ਇੱਕ ਆਰਗੇਨਾਈਜੇਸ਼ਨ ਹੈ ਇੱਕ ਇੰਸਟੀਟਿਊਸ਼ਨ ਹੈ ਸਪੈਸ਼ਲੀ ਉਹਨਾਂ ਬੱਚਿਆਂ ਲਈ ਜੋ ਕਿ ਨੈਸ਼ਨਲ ਡਿਫੈਂਸ ਅਕੈਡਮੀ ਲਈ ਪ੍ਰੀਪੇਅਰ ਕਰਨਾ ਚਾਹੁੰਦੇ ਨੇ ਜੋ ਕਿ ਇੱਕ ਪਰਮਾਨੈਂਟ ਕਮਿਸ਼ਨ ਦੇ ਥਰੂ ਡਿਫੈਂਸ ਸਰਵਿਸਿਜ਼ ਵਿੱਚ ਤਿੰਨੋਂ ਸਰਵਿਸਿਜ਼ ਵਿੱਚ ਆਪਣੀ ਜਿਹੜੀ ਹੈ ਜੌਬ ਸਿਕਿਉਰ ਕਰਨਾ ਚਾਹੁੰਦੇ ਨੇ ਰਾਈਟ ਉਸ ਤੋਂ ਬਾਅਦ ਜੋ ਆਪਣੇ ਦਿਮਾਗ ਵਿੱਚ ਕੁਐਸਚਨ ਆਉਂਦਾ ਹੈ ਕਿ ਵਾਈ AFPA is the best institution in ਪੰਜਾਬ ਸੋ ਜਿਵੇਂ ਕਿ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਜਿਹੜਾ AFPA ਹੈ AFP is established and totally regulated and coordinated by the government of Punjab right and ਜਿਹੜੇ ਇਹਨਾਂ ਦੇ ਇੰਸਟ੍ਰਕਟਰਸ ਨੇ ਉਹ ਸਾਰੇ ਇੰਸਟ੍ਰਕਟਰ all of them are retired officers from the defense services ਸੋ ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰੇ ਬੱਚਿਆਂ ਨੂੰ ਟ੍ਰੇਨ ਕੀਤਾ ਹੋਇਆ ਬਹੁਤ ਸਾਰੇ ਆਫੀਸਰਸ ਨੂੰ ਟ੍ਰੇਨ ਕੀਤਾ ਹੋਇਆ ਤੇ ਹੁਣ ਉਹ ਆਪਣੀ ਜਿਹੜੀ ਲਰਨਿੰਗਸ ਹੈ ਆਪਣੀ ਜਿਹੜੀ ਟੀਚਿੰਗਸ ਹੈ ਉਹ ਐਕਸਪੀਰੀਅੰਸ ਤੋਂ ਸਪੈਸ਼ਲੀ ਪੰਜਾਬ ਦੇ ਬੱਚਿਆਂ ਨੂੰ ਹੈਲਪ ਕਰ ਰਹੇ ਨੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜਾਣ ਲਈ ਤੇ ਉਸ ਦੀ ਤਿਆਰੀ ਕਰਨ ਲਈ AFPA ਵਿੱਚ NDA ਦੇ ਐਂਟਰੈਂਸ ਐਗਜ਼ਾਮਸ ਦੇ ਨਾਲ ਉਸ ਦੀ SSB ਦੀ ਜਿਹੜੀ ਇੰਟਰਵਿਊ ਹੁੰਦੀ ਹੈ ਉਸ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ ਪਲੱਸ OLQs ਜਿਹਨਾਂ ਨੂੰ ਆਪਾਂ ਆਫੀਸਰ ਲਾਈਕ ਕੁਆਲਿਟੀਜ਼ ਬੋਲਦੇ ਹਾਂ ਉਸ ਬਾਰੇ ਵੀ ਕਾਫੀ ਜ਼ਿਆਦਾ ਜਿਹੜੀ ਹੈ ਇਨਫੋਰਮੇਸ਼ਨ ਪਲੱਸ ਟੀਚਿੰਗਸ ਇਹ ਸਭ ਕੁਝ ਉਹਨਾਂ ਨੂੰ ਦੱਸਿਆ ਜਾਂਦਾ ਹੈ ਰਾਈਟ ਉਸ ਤੋਂ ਬਾਅਦ ਜਿਹੜੀ ਫੈਸਿਲਿਟੀਜ਼ AFPA ਵਿੱਚ ਪ੍ਰੋਵਾਈਡ ਹੁੰਦੀਆਂ ਨੇ AFPA ਵਿੱਚ ਫਰੋਮ ਅਕੈਡਮਿਕਸ to physical everything is available by the authorities right games ਜਿਵੇਂ ਕਿ ਜਿੰਨੀਆਂ ਵੀ ਮੇਜਰ ਗੇਮਸ ਨੇ ਉਹ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੀ ਹੁੰਦੀਆਂ ਨੇ ਪਲੱਸ ਸਵਿਮਿੰਗ ਜੋ ਕਿ ਬੱਚਿਆਂ ਨੂੰ ਇੱਕ ਸਪੈਸ਼ਲ ਤੌਰ ਤੇ ਸਿਖਾਈ ਜਾਂਦੀ ਹੈ ਤੇ ਡਿਫੈਂਸ ਸਰਵਿਸਿਜ਼ ਲਈ ਬਹੁਤ ਇੰਪੋਰਟੈਂਟ ਵੀ ਹੈ ਸ਼ੂਟਿੰਗ ਰੇਂਜ ਵਰਗੀ ਜਿਹੜੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈ ਐਕਸਟਰਾ ਸਪੋਰਟਸ ਹੈ ਉਸ ਦੀ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਤੇ ਇਸ ਦੇ ਨਾਲ ਅਕੈਡਮਿਕਸ ਦੇ ਵਿੱਚ ਲਾਇਬ੍ਰੇਰੀ ਸਾਈਬਰ ਕੈਫੇਜ਼ ਐਂਡ ਆਲ ਇਹ ਸਭ ਕੁਝ ਵੀ ਅਵੇਲੇਬਲ ਕਰਵਾਇਆ ਜਾਂਦਾ ਤਾਂ ਕਿ ਜਿਹੜੇ ਬੱਚੇ ਹੈ ਦ ਸਟੂਡੈਂਟਸ can afford the more resources to prepare for their examinations right ਉਸ ਤੋਂ ਬਾਅਦ ਆਂਦੀ ਹੈ what is actually training at AFPA ਸੋ ਜਿਹੜੀ AFPA ਵਿੱਚ ਟ੍ਰੇਨਿੰਗ ਕਰਵਾਈ ਜਾਂਦੀ ਹੈ ਉਹਦੇ ਐਕਚੁਅਲੀ 4 ਐਸਪੈਕਟਸ ਨੇ ਰਾਈਟ the first and the foremost is academics ਜਿਹੜੀ ਅਕੈਡਮਿਕਸ ਹੈ ਉਹ ਬੇਸਿਕਲੀ +1 ਐਂਡ +2 ਲੈਵਲ ਦੀ ਕਰਵਾਈ ਜਾਂਦੀ ਹੈ ਬਿਕੋਜ਼ ਤੁਸੀਂ ਆਪਣੀ 10th ਤੋਂ ਬਾਅਦ 11th ਕਲਾਸ ਵਿੱਚ ਜਾਂਦੇ ਹੋ ਰਾਈਟ ਸੋ 11th ਐਂਡ 12th ਜੋ ਹੈ ਤੁਹਾਨੂੰ AFPA ਵਿੱਚ ਮੇਨਲੀ ਕਰਵਾਈ ਜਾਂਦੀ ਹੈ ਜਿਸ ਵਿੱਚ ਕਿ ਤੁਸੀਂ ਨਾਨ ਮੈਡੀਕਲ ਸਬਜੈਕਟਸ ਜੋ ਹੈ ਪੜ੍ਹਦੇ ਹੋ ਸੋ ਨਾਨ ਮੈਡੀਕਲ ਸਬਜੈਕਟਸ ਜਿਵੇਂ ਕਿ ਆਪਾਂ ਜਾਣਦੇ ਹਾਂ ਫਿਜ਼ਿਕਸ ਕੈਮਿਸਟਰੀ ਮੈਥਸ ਇੰਗਲਿਸ਼ ਐਂਡ ਫਿਜ਼ੀਕਲ ਐਜੂਕੇਸ਼ਨ ਔਰ ਕੰਪਿਊਟਰ ਸਾਇੰਸ ਜੋ ਹੈ ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਲਈ ਇਸ ਲਈ ਜੋ ਸਕੂਲਿੰਗ ਹੈ ਤੁਹਾਡੀ ਮੇਨਲੀ AFPA ਦਾ ਕੰਟਰੈਕਟ ਹੈ ਮੋਹਾਲੀ ਦੇ ਇੱਕ ਸਕੂਲ ਸ਼ੈਮਰੋਕ ਨਾਲ ਜਿੱਥੇ ਜਾ ਕੇ ਤੁਸੀਂ ਆਪਣੀ ਸਕੂਲਿੰਗ ਆਪਣੀ 11th ਤੋਂ 12th ਜੋ ਹੈ ਕੰਪਲੀਟ ਕਰਦੇ ਹੋ ਉਸ ਤੋਂ ਇਲਾਵਾ ਫਿਜ਼ੀਕਲ ਫਿਟਨੈਸ ਦਾ ਸਪੈਸ਼ਲ ਧਿਆਨ ਰੱਖਿਆ ਜਾਂਦਾ ਹੈ ਜਿਹੜੇ ਇੰਸਟ੍ਰਕਟਰਸ ਨੇ ਰਿਟਾਇਰਡ ਫਰਮ ਦ ਡਿਫੈਂਸ ਸਰਵਿਸਿਜ਼ ਉਹ ਤੁਹਾਡੇ PT ਇੰਸਟ੍ਰਕਟਰਸ ਹੁੰਦੇ ਨੇ ਉੱਥੇ ਜੋ ਕਿ ਤੁਹਾਡੀ NDA ਦੇ ਜੋ ਫਸਟ ਟਰਮ ਦੇ ਫਿਜ਼ੀਕਲ ਟੈਸਟ ਨੇ ਉਹਨਾਂ ਦੀ ਤਿਆਰੀ ਕਰਵਾਉਂਦੇ ਨੇ ਇਨਫੈਕਟ ਜੋ ਹਾਈਅਰ ਟੈਸਟ ਨੇ ਅਦਰ ਦੂਜੀਆਂ ਟਰਮਸ ਦੇ ਟੈਸਟ ਨੇ ਉਹਨਾਂ ਦੀ ਵੀ ਤਿਆਰੀ ਕਰਵਾਉਂਦੇ ਨੇ ਤੁਹਾਨੂੰ ਡਿਫਰੈਂਟ ਗੇਮਸ ਜੋ ਹੈ ਉਹ ਕਰਵਾਈਆਂ ਜਾਂਦੀਆਂ ਨੇ ਡਿਫਰੈਂਟ ਗੇਮਸ ਦੇ ਕੰਪੀਟੀਸ਼ਨਸ ਹੁੰਦੇ ਨੇ ਐਥਲੈਟਿਕਸ ਫੁੱਟਬਾਲ ਹਾਕੀ ਬਾਸਕਟਬਾਲ ਵਾਲੀਬਾਲ ਇਹ ਸਭ ਗੇਮਸ ਹੈ ਜੋ ਰੈਗੂਲਰਲੀ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਰਾਈਟ ਤਾਂ ਕਿ ਬੱਚੇ ਦੀ ਜਿਹੜੀ ਫਿਜ਼ੀਕਲ ਗਰੋਥ ਹੈ ਉਸ ਦੇ ਵਿੱਚ ਵੀ ਬੱਚੇ ਨੂੰ ਹੈਲਪ ਮਿਲ ਸਕੇ ਇਸ ਤੋਂ ਇਲਾਵਾ ਬੱਚੇ ਦੀ SSB ਇੰਟਰਵਿਊ ਲਈ ਉਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ OLQ ਲੀਡਰਸ਼ਿਪ ਸੌਫਟ ਸਕਿੱਲਸ ਕਮਿਊਨੀਕੇਸ਼ਨ ਸਕਿੱਲਸ ਰਾਈਟ ਨੌਲੇਜ ਅਬਾਊਟ ਆਰਮਡ ਫੋਰਸਿਸ ਇਹ ਸਭ ਕੁਝ ਸਿਖਾਇਆ ਜਾਂਦਾ ਹੈ ਦੇਖੋ ਤੁਹਾਡੀ ਤੁਸੀਂ SSB ਵਿੱਚ ਜਾਣਾ ਤੁਹਾਡੀ ਪਰਸਨੈਲਿਟੀ ਅੱਛੀ ਹੋਣੀ ਤੁਹਾਡੀ ਪਰਸਨੈਲਿਟੀ ਦੇ ਵਿੱਚ ਆਫੀਸਰ ਲਾਈਕ ਕੁਆਲਿਟੀਜ਼ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਨੇ ਰਾਈਟ ਤੇ ਜਿੰਨੇ ਵੀ ਆਪਣੀ ਜਿਹੜੀ ਸਰਵਿਸਿਜ਼ ਹੈ ਡਿਫੈਂਸ ਸਰਵਿਸਿਜ਼ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ ਇੱਕ ਤਰੀਕੇ ਨਾਲ ਤੁਹਾਨੂੰ ਕਰੰਟ ਅਫੇਅਰਸ ਪਲੱਸ ਤੁਹਾਨੂੰ ਡਿਫਰੈਂਟ ਨੌਲੇਜਸ ਹੈ ਜੋ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜਿਹੜੀ ਮਿਲਟਰੀ ਐਜੂਕੇਸ਼ਨ ਹੈ ਉਹਦੇ ਥਰੂ ਤੁਹਾਨੂੰ ਵਾਰ ਮੂਵੀਜ਼ ਵੀ ਦਿਖਾਈਆਂ ਜਾਂਦੀਆਂ ਨੇ ਸੋ ਦੈਟ ਯੂ ਕੈਨ ਲਰਨ ਅਬਾਊਟ ਵਾਰਸ what all things have happened earlier in the history right ਉਸ ਤੋਂ ਇਲਾਵਾ ਸਪੈਸ਼ਲੀ ਜਿਸ ਪਰਪਸ ਲਈ ਤੁਸੀਂ AFPA ਵਿੱਚ ਜਾਂਦੇ ਹੋ that is preparation for NDA entrance test and SSB interview ਤੇ SSB ਇੰਟਰਵਿਊ ਕਿਵੇਂ ਦੀ ਇੰਟਰਵਿਊ ਹੈ ਤੁਸੀਂ ਕਦੇ ਵੀ ਡਿਫੈਂਸ ਫੋਰਸਿਸ ਵਿੱਚ ਜਾਣਾ ਹੈ ਤੁਸੀਂ ਕਿਸੇ ਵੀ ਸਰਵਿਸਿਜ਼ ਵਿੱਚ ਜਾਣਾ ਹੈ ਤੁਹਾਨੂੰ SSB ਇੰਟਰਵਿਊ ਕਲੀਅਰ ਕਰਨੀ ਹੀ ਪਏਗੀ ਸੋ ਨਾਟ ਓਨਲੀ ਫॉर ਨੈਸ਼ਨਲ ਡਿਫੈਂਸ ਅਕੈਡਮੀ ਐਂਟਰੈਂਸ ਐਗਜ਼ਾਮ ਤੁਸੀਂ ਅੱਗੇ ਜਾ ਕੇ CDS OTA FCAT ਕੋਈ ਵੀ ਐਗਜ਼ਾਮ ਦਿੰਦੇ ਹੋ ਉਹਦੇ
ਵਾਸਤੇ ਤੁਹਾਨੂੰ ਐਸਐਸਬੀ ਇੰਟਰਵਿਊ ਜੋ ਹੈ ਉਹ ਕਲੀਅਰ ਕਰਨੀ ਪੈਂਦੀ ਹੈ। ਤੁਹਾਨੂੰ ਐਸਐਸਬੀ ਇੰਟਰਵਿਊ ਦੀ ਵੀ ਤਿਆਰੀ ਹੈ ਜੋ ਉਹ AFPI ਵਿੱਚ ਕਰਵਾਈ ਜਾਂਦੀ ਹੈ। ਉਸ ਤੋਂ ਬਾਅਦ ਜੋ ਆਪਣੇ ਦਿਮਾਗ ਵਿੱਚ ਹਮੇਸ਼ਾ ਇੱਕ ਕੁਐਸਚਨ ਹੁੰਦਾ ਹੈ ਫੀਸ ਨੂੰ ਲੈ ਕੇ ਕਿ what is the fee structure at AFPI। ਸੋ AFPI ਵਿੱਚ ਪੜਨ ਦਾ ਜਿੰਨਾ ਵੀ ਐਕਸਪੈਂਸ ਹੁੰਦਾ ਐਕਚੁਅਲੀ ਕਿਸੇ ਵੀ ਕੈਡਿਟ ਦਾ, ਅਗਰ ਕੈਡਿਟ AFP ਵਿੱਚ ਐਡਮਿਸ਼ਨ ਲੈਂਦਾ ਹੈ, AFP ਦਾ ਜੋ ਟੈਸਟ ਹੈ ਉਹ ਕਲੀਅਰ ਕਰਕੇ ਸ਼ਾਰਟਲਿਸਟ ਹੁੰਦਾ ਹੈ, AFP ਵਿੱਚ ਜਾਂਦਾ ਹੈ, ਤਾਂ ਉਹਦਾ ਜਿਹੜਾ ਟ੍ਰੇਨਿੰਗ ਤੇ ਫੈਸਿਲਿਟੀਜ਼ ਦੀ ਜਿੰਨੀ ਵੀ ਕੋਸਟ ਹੈ that is all beared by the government of Punjab। ਤੁਹਾਨੂੰ ਤੁਹਾਡੀ ਟ੍ਰੇਨਿੰਗ ਕੋਸਟ ਲਈ, ਤੁਹਾਨੂੰ ਤੁਹਾਡੀ ਐਡਮਿਨਿਸਟ੍ਰੇਟਿਵ ਕੋਸਟ ਲਈ ਕੁਝ ਪੇ ਨਹੀਂ ਕਰਨਾ ਪੈਂਦਾ। ਬਸ ਜੋ ਤੁਸੀਂ ਆਪਣੀ 11th ਤੋਂ 12th ਦੀ ਜੋ ਕਲਾਸਿਸ ਲਗਾਉਂਦੇ ਹੋ, ਜੋ ਸਕੂਲਿੰਗ ਕਰਦੇ ਹੋ, ਤੁਹਾਨੂੰ ਉਸ ਦੇ ਲਈ ਜੋ ਹੈ ਬਸ ਫੀਸ ਪੇ ਕਰਨੀ ਪੈਂਦੀ ਹੈ। ਸੋ ਤੁਹਾਨੂੰ ਸਿਰਫ AFPI ਵਿੱਚ ਜਾ ਕੇ ਜੋ ਆਪਣੀ ਸਕੂਲਿੰਗ ਫੀਸ ਹੈ ਉਹ ਪੇ ਕਰਨੀ ਹੈ। ਅਦਰ ਦੈਨ ਦੈਟ ਤੁਹਾਡੀ ਟ੍ਰੇਨਿੰਗ ਐਕਸਪੈਂਸਿਸ, ਟ੍ਰੇਨਿੰਗ ਫॉर ਨੈਸ਼ਨਲ ਡਿਫੈਂਸ ਅਕੈਡਮੀ ਐਂਟਰੈਂਸ ਰਿਟਨ ਐਗਜ਼ਾਮ ਪਲੱਸ SSB ਇੰਟਰਵਿਊਜ਼ ਟੋਟਲੀ ਫ੍ਰੀ ਬਾय ਦ ਇੰਸਟ੍ਰਕਟਰਸ, ਰਾਈਟ। ਸੋ ਫੀਸ ਲਈ ਤੁਹਾਨੂੰ ਕੁਝ ਵੀ ਪੇ ਨਹੀਂ ਕਰਨਾ ਹੈ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਜਾਣਦੇ ਹਾਂ AFPI महाराजा रणजीत सिंह आर्म्ड फोर्स प्रिपरेटरी इंस्टीट्यूट एक प्रेस्टीजियस इंस्टीट्यूट है। सो बहुत सारे बच्चे हैं जो पंजाब दे इस दे विच एडमिशन लेना चाहते हैं, इस दे विच जो है अपनी जाके तैयारी करना चाहते हैं। एटलीस्ट नियर अबाउट 1200 to 1500 बच्चा जो है हर साल इस दे एग्जाम ਲਈ अपीयर ਹੁੰਦਾ ਹੈ ਤੇ ਉਸ ਦੇ ਵਿੱਚੋਂ ਬਹੁਤ ਹੀ ਘੱਟ ਬੱਚੇ ਨਿयर अबाउट 46-48 ਬੱਚੇ ਜੋ ਹੈ ਸ਼ਾਰਟ ਲਿਸਟ ਅੱਗੇ ਜਾ ਕੇ ਸਿਲੈਕਟ ਹੁੰਦੇ ਨੇ। ਸੋ AFP ਦਾ ਇੱਕ ਪ੍ਰੋਪਰ ਸਿਲੈਕਸ਼ਨ ਪ੍ਰੋਸੀਜਰ ਹੈ ਜਿਹਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ ਹੈ ਜੇ ਤੁਸੀਂ AFP ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, AFP ਵਿੱਚ ਸਿਲੈਕਟ ਹੋਣਾ ਚਾਹੁੰਦੇ ਹੋ, ਰਾਈਟ। ਦ ਫਸਟ ਐਂਡ ਫੋਰਮੋਸਟ ਥਿੰਗ, ਤੁਹਾਨੂੰ ਪੰਜਾਬ ਦਾ ਡੋਮਿਸਾਈਲ ਹੋਣਾ ਜ਼ਰੂਰੀ ਹੈ। If you are not domicile of Punjab, you are not eligible to be into AFPI, right? So ਤੁਸੀਂ ਪੰਜਾਬ ਦੇ ਸਿਟੀਜ਼ਨ ਹੋਣੇ ਜ਼ਰੂਰੀ, ਤੁਹਾਡੇ ਕੋਲ ਡੋਮਿਸਾਈਲ ਆਫ ਪੰਜਾਬ ਹੋਣਾ ਜ਼ਰੂਰੀ ਹੈ। ਸੋ ਸਿਲੈਕਸ਼ਨ ਪ੍ਰੋਸੀਜਰ ਵਿੱਚ ਸਭ ਤੋਂ ਪਹਿਲਾਂ ਜੋ ਹੈ ਨਵੰਬਰ ਦੇ ਮੰਥ ਵਿੱਚ ਇੱਕ ਐਡਵਰਟਾਈਜ਼ਮੈਂਟ ਜੋ ਹੈ ਪਬਲਿਸ਼ ਕੀਤੀ ਜਾਂਦੀ ਹੈ ਲੀਡਿੰਗ ਨਿਊਜ਼ਪੇਪਰ ਦੇ ਵਿੱਚ, ਪਲੱਸ ਜਿਹੜੀ AFPI ਦੀ ਆਨਲਾਈਨ ਵੈਬਸਾਈਟ ਹੈ afpipunjab.org, ਇਸ ਦੇ ਉੱਤੇ ਵੀ ਉਹਨਾਂ ਦੀ ਆਫੀਸ਼ੀਅਲ ਨੋਟੀਫਿਕੇਸ਼ਨ ਜੋ ਹੈ ਪਬਲਿਸ਼ ਕੀਤੀ ਜਾਂਦੀ ਹੈ। ਸੋ ਤੁਸੀਂ ਉਸ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਜਾ ਕੇ ਆਨਲਾਈਨ ਆਪਣਾ ਜੋ ਫਾਰਮ ਹੈ ਉਹ ਫਿਲ ਕਰ ਸਕਦੇ ਹੋ ਤੇ ਆਪਣਾ ਜੋ ਰਿਟਨ ਐਗਜ਼ਾਮ ਹੈ ਉਸ ਦੇ ਵਿੱਚ ਆਪਣਾ ਜੋ ਫਾਰਮ ਹੈ ਫਿਲ ਕਰਕੇ ਤੁਹਾਡਾ ਜੋ ਰਿਟਨ ਐਗਜ਼ਾਮ ਹੁੰਦਾ ਹੈ ਉਹ ਜਨਵਰੀ ਵਿੱਚ ਹੁੰਦਾ ਹੈ। ਸੋ ਰਿਟਨ ਐਗਜ਼ਾਮ ਇਜ਼ ਇਨ ਜਨਵਰੀ ਐਕਚੁਅਲੀ। ਸੋ ਕੈਂਡੀਡੇਟਸ ਹੂ ਸਿਕਿਉਰ ਅਬਵ ਦ ਕੱਟ ਆਫ, right? ਤੁਹਾਨੂੰ every time there is some cutoff which has been like which is decided according to the level of the examination। तो ਤੁਹਾਨੂੰ ਕੱਟ ਆਫ ਜੋ ਹੈ ਤੁਹਾਨੂੰ ਕਲੀਅਰ ਕਰਨੀ ਪੈਂਦੀ, you have to clear the cut off, then only you are selected for the interview, right? So after ਉਸ ਤੋਂ ਬਾਅਦ if you clear your written exam, ਤੁਹਾਡੀ ਇੱਕ ਪਰਸਨਲ ਇੰਟਰਵਿਊ ਹੁੰਦੀ ਹੈ ਜੋ ਕਿ ਜੋ ਹੈ ਆਫੀਸ਼ੀਅਲਸ ਜੋ ਹੁੰਦੇ ਆ AFPI ਦੇ ਉਹਨਾਂ ਵੱਲੋਂ ਹੀ ਲਿੱਤੀ ਜਾਂਦੀ ਹੈ। AFPI ਦੇ ਜਿਹੜੇ ਵੀ ਫੈਕਲਟੀ ਹੈ ਉਹ ਤੁਹਾਡੀ ਪਰਸਨਲ ਇੰਟਰਵਿਊ ਕੰਡਕਟ ਕਰਦੇ ਨੇ, ਰਾਈਟ। ਇਸ ਪਰਸਨਲ ਇੰਟਰਵਿਊ ਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ, ਰਾਈਟ। ਤੁਹਾਡੀ ਪਰਸਨਲ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਤੁਹਾਡਾ ਇੱਕ ਮੈਡੀਕਲ ਐਗਜ਼ਾਮ ਹੁੰਦਾ, ਸੋ ਦੈਟ ਦੇ ਕੈਨ ਡਿਟੈਕਟ ਦੈਟ ਤੁਸੀਂ ਜੋ ਹੈ ਮੈਡੀਕਲੀ ਫਿਟ ਹੋ ਟ੍ਰੇਨਿੰਗ ਲਈ, 2 ਸਾਲ ਦੀ ਫਿਜ਼ੀਕਲ ਟ੍ਰੇਨਿੰਗ ਲਈ ਪਲੱਸ ਅਕੈਡਮਿਕਸ ਟ੍ਰੇਨਿੰਗ ਲਈ। ਸੋ ਇਹ ਜਿਹੜੇ ਮੈਡੀਕਲ ਸਟੈਂਡਰਡਸ ਹੁੰਦੇ ਨੇ, ਦੇ ਮੈਡੀਕਲ ਸਟੈਂਡਰਡਸ ਬੇਸਿਕਲੀ ਥੀਸ ਆਰ ਇਨ ਅਕੋਰਡੈਂਸ ਵਿਦ ਦੀ NDA ਮੈਡੀਕਲ ਸਟੈਂਡਰਡਸ ਦੈਟ ਇਜ਼ ਨੀਡਡ ਬਾय ਦੀ NDA। तो उसके बाद candidates who clear all stages and secure rank in merit list। So after all this one merit list is prepared by the organization। AFP merit list जो है वो बनाता है, अगर थोड़ा उस merit list विच नाम आंदा है then only you are selected and you are थोड़ा call letter थोड़े कोल आएगा, call letter will be sent to your home and you will be called, you will be required to join the institute in April, जो कि हुन आने वाला बैच है नेक्स्ट ईयर April 2023 ਦੇ ਵਿੱਚ ਹੋਏਗਾ, राइट। ਉਸ ਤੋਂ ਬਾਅਦ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਕੋਈ ਵੀ ਐਗਜ਼ਾਮ ਹੁੰਦਾ ਉਸ ਦਾ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ। ਸੋ AFP ਐਗਜ਼ਾਮੀਨੇਸ਼ਨ ਆਲਸੋ ਹੈਵ ਐਲੀਜੀਬਿਲਿਟੀ ਕ੍ਰਾਈਟੇਰੀਆ। ਸੋ ਦ ਫਸਟ ਆਫ ਆਲ ਇਜ਼ ਡੋਮਿਸਾਈਲ ਆਫ ਪੰਜਾਬ, ਲਾਈਕ ਮੈਂ ਤੁਹਾਨੂੰ ਹੁਣੀ ਦੱਸਿਆ। ਸੋ ਯੂ ਸ਼ੁੱਡ ਬੀ ਡੋਮਿਸਾਈਲ ਆਫ ਪੰਜਾਬ ਟੂ ਅਪੀਅਰ ਇਨ AFP ਐਗਜ਼ਾਮੀਨੇਸ਼ਨ, ਰਾਈਟ। ਉਸ ਤੋਂ ਇਲਾਵਾ ਜਿਹੜੀ ਤੁਹਾਡੀ ਏਜ ਹੈ that can't be more than 17 years, you should be below 17 years of age। So medically fit as per NDA medical criteria, you should be medically fit as per the NDA medical criteria। You should not be having any kind of disability initially, right? Candidates must be studying in 10th class and moving to the 11th class। So ये सिर्फ ਉਹਨਾਂ ਬੱਚਿਆਂ ਲਈ ਹੈ ਜੋ presently 10th ਵਿੱਚ study ਕਰ ਰਹੇ ਨੇ, who are going to appear in 10th board next year, right? So because AFP takes admission only for 11th class, the students who are presently appearing in 10th class, जो 10th class ਵਿੱਚ presently appear ਕਰ ਰਹੇ ਨੇ ਤੇ next year 11th ਵਿੱਚ move ਹੋ ਜਾਣਗੇ, the AFP exam is only for those students and especially only for boys। Girls candidates can not enroll into the Maharaja Ranjit Singh Armed Forces Preparatory Institute in 11th class, right? Only male candidates are eligible for this exam। Now ਇਸ ਤੋਂ ਬਾਅਦ ਸਾਡੇ ਕੋਲ ਆਂਦਾ ਹੈ AFPI entrance exam pattern, how it actually works, how entrance exam pattern actually is।
ਸੋ AFP ਇੰਟਰ ਐਗਜ਼ਾਮ ਜੋ ਹੈ ਉਸ ਦੇ ਵਿੱਚ 3 ਕੈਟੇਗਰੀਜ਼ ਹੁੰਦੀਆਂ ਨੇ। ਫਸਟ ਵਨ ਇਜ਼ ਮੈਥਮੈਟਿਕਸ, ਜਿਸ ਦੇ ਵਿੱਚ ਕਿ 80 ਕੁਐਸਚਨਸ ਹੁੰਦੇ ਨੇ ਤੇ ਟੋਟਲ ਮਾਰਕਸ ਹੁੰਦੇ ਨੇ 320। ਦ ਸੈਕੰਡ ਕੈਟੇਗਰੀ ਇਜ਼ ਇੰਗਲਿਸ਼, ਜਿਸ ਦੇ ਵਿੱਚ 40 ਕੁਐਸਚਨਸ ਹੁੰਦੇ ਨੇ ਤੇ ਮੈਕਸਿਮਮ ਮਾਰਕਸ ਇਜ਼ 160। ਐਂਡ ਦੀ ਥਰਡ ਕੈਟੇਗਰੀ ਇਜ਼ ਸੋਸ਼ਲ ਸਟੱਡੀਜ਼, ਜਿਸ ਦੇ ਵਿੱਚ 30 ਕੁਐਸਚਨਸ ਹੁੰਦੇ ਨੇ ਐਂਡ ਦ ਮੈਕਸਿਮਮ ਮਾਰਕਸ ਇਜ਼ 120। ਸੋ ਇਨ ਟੋਟਲ ਜੋ ਤੁਹਾਡਾ ਐਂਟਰੈਂਸ ਐਗਜ਼ਾਮ ਹੈ ਉਸ ਦੇ ਵਿੱਚ 3 ਸੈਕਸ਼ਨਸ ਹੋਣਗੇ, ਮੈਥਮੈਟਿਕਸ, ਇੰਗਲਿਸ਼ ਐਂਡ ਸੋਸ਼ਲ ਸਟੱਡੀਜ਼, ਜਿਸ ਦੇ ਵਿੱਚ ਇਨ ਟੋਟਲ 150 ਕੁਐਸਚਨਸ ਹੋਣਗੇ ਪਲੱਸ ਤੁਹਾਡੇ ਜਿਹੜਾ ਟੋਟਲ ਜਿਹੜਾ ਨੰਬਰ ਹੋਣਗੇ, ਟੋਟਲ ਮਾਰਕਸ ਹੋਣਗੇ ਐਗਜ਼ਾਮ ਦੇ, that is 600। ਸੋ ਤੁਹਾਨੂੰ ਜਿਹੜਾ ਜੋ ਸਕੋਰ ਕਰਨਾ ਹੈ that is out of 600। ਸੋ ਜੋ ਐਂਟਰੈਂਸ ਐਗਜ਼ਾਮ ਹੈ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ 2 ਪਾਰਟਸ ਕੰਸਿਸਟ ਹੁੰਦਾ ਹੈ। ਫਸਟ ਆਫ ਆਲ देयर इज ਰਿਟਨ ਐਗਜ਼ਾਮ। ਸਭ ਤੋਂ ਪਹਿਲਾਂ ਉਹਦੇ ਵਿੱਚ ਰਿਟਨ ਐਗਜ਼ਾਮ ਹੋਏਗਾ। ਯੂ ਹੈਵ ਟੂ ਕਲੀਅਰ ਯੋਰ ਰਿਟਨ ਐਗਜ਼ਾਮ, ਯੂ ਹੈਵ ਟੂ ਸਿਕਿਉਰ ਅਬਵ ਯੋਰ ਕੱਟ ਆਫ। ਅਗਰ ਤੁਸੀਂ ਕੱਟ ਆਫ ਤੋਂ ਅਬਵ ਸਿਕਿਉਰ ਕਰਦੇ ਹੋ ਉਸ ਤੋਂ ਬਾਅਦ ਹੀ ਤੁਸੀਂ ਜੋ ਹੈ ਪਰਸਨਲ ਇੰਟਰਵਿਊ ਲਈ ਤੁਹਾਨੂੰ ਕਾਲ ਆਏਗਾ। Written test will be in 3 subjects, ਜਿਵੇਂ ਮੈਂ ਤੁਹਾਨੂੰ ਸਮਝਾਇਆ, ਮੈਥਮੈਟਿਕਸ, ਇੰਗਲਿਸ਼ ਐਂਡ ਸੋਸ਼ਲ ਸਟੱਡੀਜ਼। ਉਸ ਤੋਂ ਬਾਅਦ there will be each question will carry +4 ਪੋਜ਼ਿਟਿਵ ਮਾਰਕਸ। ਜੇ ਤੁਸੀਂ ਕੁਐਸਚਨ ਸਹੀ ਕਰਦੇ ਹੋ ਤਾਂ ਕੁਐਸਚਨ ਐਗਜ਼ਾਮ ਪੈਟਰਨ ਦੇ ਹਿਸਾਬ ਨਾਲ ਤੁਹਾਨੂੰ ਹਰ ਇੱਕ ਸਹੀ ਕੁਐਸਚਨ ਦਾ +4 ਮਾਰਕਸ ਮਿਲਣਗੇ, ਮਤਲਬ ਸਿੰਪਲੀ 4 ਮਾਰਕਸ ਮਿਲਣਗੇ। ਐਂਡ there will be negative marking also। ਸੋ देयर नेगेटिव मार्किंग ਦਾ ਬੇਸਿਕਲੀ ਮਤਲਬ ਹੈ ਕਿ ਜੇ ਤੁਸੀਂ ਆਪਣਾ ਐਗਜ਼ਾਮ ਦੋਗੇ, ਤੁਹਾਡਾ ਕੋਈ ਕੁਐਸਚਨ ਗਲਤ ਹੋ ਜਾਂਦਾ ਹੈ ਤਾਂ ਤੁਹਾਨੂੰ ਉਸਦੇ 네ਗੇਟਿਵ ਮਾਰਕਸ ਦਿੱਤੇ ਜਾਣਗੇ। ਫॉर ਐਗਜ਼ਾਮਪਲ ਤੁਹਾਡਾ ਕੋਈ ਕੁਐਸਚਨ ਗਲਤ ਹੋ ਗਿਆ ਤਾਂ ਤੁਹਾਨੂੰ ਉਹਦੇ ਮਾਰਕਸ ਜੋ ਹੈ -1 ਕਰ ਦਿੱਤਾ ਜਾਏਗਾ ਤੁਹਾਡੇ ਟੋਟਲ ਮਾਰਕਸ ਦੇ ਵਿੱਚੋਂ, ਰਾਈਟ। ਸੋ ਯੂ ਵਿਲ ਬੀ ਗੈਟਿੰਗ you will be also having negative marking। So standard of question is based on the syllabus of 10th class of CBSE। ਸੋ ਆਪਣੇ ਦਿਮਾਗ 'ਚ ਹਮੇਸ਼ਾ ਇੱਕ ਕੁਐਸਚਨ ਰਹਿੰਦਾ ਹੈ ਕਿ ਜਿਹੜੇ ਸਾਨੂੰ ਕੁਐਸਚਨ ਪੇਪਰ ਆਏਗਾ, ਕੁਐਸਚਨਸ ਆਣਗੇ ਜਾਂ ਪੇਪਰ ਆਏਗਾ ਉਸਦਾ ਲੈਵਲ ਕੀ ਹੋਏਗਾ। ਸੋ ਆਬਵੀਅਸਲੀ ਇਹ ਉਹਨਾਂ ਬੱਚਿਆਂ ਲਈ ਹੈ ਜੋ ਪ੍ਰੈਜ਼ੈਂਟਲੀ 10th ਵਿੱਚ ਨੇ ਤੇ ਨੈਕਸਟ ਈਅਰ 11th 'ਚ ਮੂਵ ਕਰ ਜਾਣਗੇ। ਸੋ ਜੋ ਲੈਵਲ ਹੈ ਤੁਹਾਡੇ ਐਗਜ਼ਾਮ ਦਾ ਉਹ ਟੋਟਲੀ ਵਿਲ ਬੀ ਡਿਪੈਂਡੈਂਟ ਔਨ ਯਰ 10th ਕਲਾਸ ਸਿਲੇਬਸ। ਜੋ ਤੁਹਾਡਾ 10th ਕਲਾਸ ਦਾ ਸਿਲੇਬਸ ਹੈ ਉਸ ਦੇ ਬੇਸਿਸ ਤੇ ਹੀ ਤੁਹਾਡਾ ਮੈਥਮੈਟਿਕਸ, ਇੰਗਲਿਸ਼ ਔਰ ਸੋਸ਼ਲ ਸਟੱਡੀਜ਼ ਦੇ ਕੁਐਸਚਨ ਆਣਗੇ, ਰਾਈਟ। तो only MCQs will be there, there will be no subjective question। It means ਤੁਹਾਨੂੰ MCQs ਦੇ ਵਿੱਚ 4 options ਦਿੱਤੇ ਜਾਣਗੇ ਹਰ question ਦੇ। You have to select out of only those 4 questions। You don't have to appear in the exam subjectively। Subjectively ਦਾ ਮਤਲਬ ਹੁੰਦਾ ਕਿ ਲਿਖ ਕੇ ਐਗਜ਼ਾਮ ਨਹੀਂ ਦੇਣਾ। You have to choose from the options, MCQ based ਹੋਏਗਾ। After that negative marks will be awarded for wrong answers। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ negative marks ਜੋ ਹੈ ਉਹ wrong answers ਲਈ ਦਿੱਤੇ ਜਾਣਗੇ। ਉਸ ਤੋਂ ਬਾਅਦ ਆ ਜਾਂਦਾ ਹੈ AFP एंट्रेंस एग्जाम ਦਾ ਐਕਚੁਅਲੀ ਸਿਲੇਬਸ ਕੀ ਹੈ। ਮੈਂ ਤੁਹਾਡੇ ਨਾਲ ਆਲਰੇਡੀ ਇਹ ਚੀਜ਼ ਸ਼ੇਅਰ ਕਰ ਚੁੱਕਿਆ ਕਿ 10th ਕਲਾਸ ਦਾ ਆਏਗਾ, ਬਟ 10th ਕਲਾਸ ਦੇ ਵੀ ਕੁਝ ਟੌਪਿਕਸ ਨੇ, ਰਾਈਟ। ਸੋ ਅਸੀਂ ਤੁਹਾਡੇ ਲਈ ਇਹ ਵੀ ਟੌਪਿਕਸ ਵੀ ਉਰੇ ਡਿਸਕਸ ਕੀਤੇ ਹੋਏ ਨੇ। ਸੋ ਫॉर ਮੈਥਮੈਟਿਕਸ 10 ਸਟੈਂਡਰਡਸ ਵੀ ਜਿਵੇਂ ਵੀ ਆਪਾਂ ਨੂੰ ਪਤਾ ਹੈ ਆਪਣਾ ਜੋ ਪਹਿਲਾ ਸੈਕਸ਼ਨ ਹੁੰਦਾ ਹੈ, ਪਹਿਲਾ ਯੂਨਿਟ ਹੈ, that is real numbers, polynomials, linear equations in 2 variables, quadratic equations, sequence series, right, APGP, coordinate geometry, triangles, circles, constructions, surface areas, volumes, ट्रिग्नोमेट्री, राइट, स्टैटिक्स एंड प्रोबेबिलिटी। सो एक कुछ जो टॉपिक्स ने जो ਤੁਹਾਡੇ एग्जाम विच कवर होंगे, राइट। ऑल दिस टॉपिक्स आर फ्रॉम योर 10th क्लास मैथमेटिक्स NCERT बुक, राइट। तो ਜਿਹੜਾ ਤੁਹਾਡਾ 10th क्लास ਦਾ ਸਿਲੇਬਸ ਹੈ ਉਹਦੇ ਵਿੱਚੋਂ ਹੀ ਟੌਪਿक्स ਨੇ। ਇਨ ਫੈਕਟ योर इंग्लिश आल्सो लाइक टेंसेस विल बी देयर, prepositions, conjunctions, active and passive voice, word substitution, synonyms, antonyms, idioms and phrases, ਇਹ ਸਭ ਕੁਝ ਜੋ ਹੈ ਤੁਹਾਡੇ ਇੰਗਲਿਸ਼ ਦੇ ਐਗਜ਼ਾਮ ਵਿੱਚ ਆਏਗਾ, ਜੋ ਆਬਵੀਅਸਲੀ ਅਗੇਨ ਤੁਹਾਡੇ ਇੰਗਲਿਸ਼ ਦੇ 10th ਕਲਾਸ ਦੇ ਸਿਲੇਬਸ ਵਿੱਚ ਇਨਕਲੂਡਡ ਹੈ। ਉਸ ਤੋਂ ਬਾਅਦ ਸੋਸ਼ਲ ਸਟੱਡੀਜ਼ ਵਿੱਚ ਬੇਸਿਕਲੀ 4 ਸਬਜੈਕਟਸ ਹੁੰਦੇ ਨੇ, ਜਿਵੇਂ ਵੀ ਆਪਾਂ ਨੂੰ ਪਤਾ ਹੈ ਉਹ 4 ਦੇ 4 ਸਬਜੈਕਟ ਜੋ ਹੈ ਇਸ ਵਿੱਚ ਕਵਰ ਹੋਣਗੇ। ਫॉर एग्जांपल ਇੰਡੀਆ ਐਂਡ ਦ ਕੰਟੈਂਪਰੇਰੀ ਵਰਲਡ, ਕੰਟੈਂਪਰੇਰੀ ਇੰਡੀਆ, ਡੈਮੋਕ੍ਰੈਟਿਕ ਪੋਲਿਟਿਕਸ ਐਂਡ ਅੰਡਰਸਟੈਂਡਿੰਗ ਇਕਨੋਮਿਕ ਡਿਵੈਲਪਮੈਂਟ ਆਫ our nation, right। So these are the 4 subjects जो आप social study ਵਿੱਚ ਪੜ੍ਹਦੇ ਹਾਂ, right। So all these 4 subjects will also be covered in the syllabus। So this is the AFP syllabus in actual। ਉਸ ਤੋਂ ਬਾਅਦ ਆਂਦਾ ਕਿ ਪਰਸਨਲ ਇੰਟਰਵਿਊ ਕੀ ਹੈ, ਰਾਈਟ। ਇੰਟਰਵਿਊਜ਼ ਬਹੁਤ there are different kind of interviews, but ਜੋ ਇੰਟਰਵਿਊ AFP ਲੈਂਦਾ that is totally concentrated to judge your personality, right। ਤੁਹਾਡੀ ਪਰਸਨੈਲਿਟੀ ਨੂੰ ਜੱਜ ਕਰਨ ਲਈ, ਤੁਹਾਡੀ ਪਰਸਨੈਲਿਟੀ ਨੂੰ ਅਸੈਸ ਕਰਨ ਲਈ ਇਹ ਜੋ ਇੰਟਰਵਿਊ ਹੈ ਉਹ ਕੰਡਕਟ ਕੀਤੀ ਜਾਂਦੀ ਹੈ, ਤਾਂ ਜੋ ਉਹ ਇਹ ਅਸੈਸ ਕਰ ਸਕਣ, ਇਹ ਪਤਾ ਲਗਾ ਸਕਣ ਕਿ ਜੋ ਬੱਚਾ ਸਾਡੇ ਕੋਲ ਆ ਰਿਹਾ ਪੜਨ ਉਹਨੂੰ ਆਪਾਂ ਸਿਖਾ ਵੀ ਸਕਦੇ ਹਾਂ ਨਹੀਂ, right। So basically they want to know ਕਿ whether the student who is coming to them to take admission in AFP whether he is fit for learning, राइट। मेंटली बच्चा जो है स्ट्रॉन्ग इनफ है कि वो जो एकेडमी की ट्रेनिंग है, फिजिकल एग्जॉशन है उन्होंने बियर कर पाएगा। सो पर्सनल इंटरव्यू कैंडिडेट्स हु आर सक्सेसफुल इन ऑर्डर ऑफ मेरिट इन रिटन एग्जाम। ऑर्डर ऑफ मेरिट मतलब थोड़ी कट ऑफ तो ऊपर नंबर आ जाते हैं। सो इट कंप्राइजेस ऑफ राइटिंग टेस्ट, अ पर्सनल इंटरव्यू एंड ग्रुप डिस्कशन। राइटिंग अ टेस्ट इज बेसिकली थानू या तो मतलब दे वांट टू नो कि तुसी सोच की रहे हो, राइट। थानू कोई फोटो दे देंगे, फोटो ते तुसी स्टोरी लिखनी है, तो दे वांट टू नो व्हाट इज योर थिंकिंग एक्चुअली इज, थोड़ी थिंकिंग किवें चल रही है।
ਉਸ ਤੋਂ ਬਾਅਦ ਤੁਹਾਡੀ ਗਰੁੱਪ ਡਿਸਕਸ਼ਨ ਹੁੰਦੀ ਹੈ, ਤੁਹਾਨੂੰ ਕੋਈ ਟੌਪਿਕ ਮਿਲ ਜਾਏਗਾ, ਤੁਹਾਡਾ ਗਰੁੱਪ ਜੋ ਹੈ ਉਹ ਬਣ ਜਾਏਗਾ ਕੁਝ ਬੱਚਿਆਂ ਦਾ, ਤੁਹਾਨੂੰ ਕੋਈ ਟੌਪਿਕ ਦੇ ਵਿਲ ਗਿਵ ਯੂ ਅ ਟੌਪਿਕ, ਯੂ ਹੈਵ ਟੂ ਇਨੀਸ਼ੀਏਟ ਅ ਡਿਸਕਸ਼ਨ ਔਨ ਦੈਟ ਟੌਪਿਕ, ਰਾਈਟ। ਸੋ ਯੂ ਹੈਵ ਟੂ ਗਿਵ ਯੋਰ ਵਿਊਜ਼ ਟੂ ਦੀ ਹੋਲ ਗਰੁੱਪ। ਤੁਸੀਂ ਆਪਣੇ ਗਰੁੱਪ ਨੂੰ ਇੱਕ ਵਿਊਜ਼ ਸੁਣਾਣੇ ਨੇ ਆਪਣੇ, ਤਾਂ ਜੋ ਤੁਸੀਂ ਆਪਣਾ ਇੱਕ ਪੁਆਇੰਟ ਆਫ ਵਿਊ ਹੈ ਉਸ ਟੌਪਿਕ ਨੂੰ ਲੈ ਕੇ ਆਪਣਾ ਜੋ ਹੈ ਪੁਆਇੰਟ ਆਫ ਵਿਊ ਸ਼ੋ ਕਰ ਸਕੋ ਸਾਰੇ ਗਰੁੱਪ ਮੈਂਬਰਸ ਨੂੰ। ਆਫਟਰ ਦੈਟ ਤੁਹਾਡੀ ਇੱਕ ਪਰਸਨਲ ਇੰਟਰਵਿਊ ਹੋਏਗੀ, ਜੋ ਕਿ ਤੁਹਾਡੇ ਜੋ ਹੈ ਪਰਸਨਲ ਇੰਟਰਵਿਊ ਜੋ ਕਿ ਫੈਕਲਟੀ ਹੁੰਦੇ ਨੇ ਉੱਥੇ ਰਿਟਾਇਰਡ ਆਫੀਸਰਸ ਤੁਹਾਡਾ ਇੱਕ ਪਰਸਨਲ ਇੰਟਰਵਿਊ ਲੈਂਦੇ ਨੇ, ਜੋ ਕਿ ਤੁਹਾਡੇ ਬਾਰੇ ਪੁੱਛਦੇ ਨੇ। ਸੋ ਤੁਹਾਡੇ ਬਾਰੇ ਪੁੱਛਦੇ ਹੀ ਤੁਹਾਨੂੰ ਡਿਫਰੈਂਟ ਕੁਐਸਚਨਸ ਪੁੱਛਦੇ ਹੋਏ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਅਸੈਸ ਕਰਦੇ ਨੇ। After that, primary aim of the interview is to assess the communication skills of the candidate. So communication skills ਇੱਕ ਬਹੁਤ important role play ਕਰਦੇ ਨੇ, right? ਮੈਂ ਤੁਹਾਡੇ ਨਾਲ ਕਿਵੇਂ communicate ਕਰ ਸਕਦਾ, ਮੈਂ ਕਿਵੇਂ ਆਪਣੇ views ਜੋ ਹੈ ਤੁਹਾਡੇ ਤੱਕ ਪਹੁੰਚਾ ਸਕਦਾ। So that plays an important role. So ਜਿਹੜੀ ਤੁਹਾਡੀ ਇੰਟਰਵਿਊ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਤੁਹਾਡੇ ਵਿੱਚ communication skills ਹੈ ਜਾਂ ਨਹੀਂ, ਤੁਸੀਂ ਆਪਣੀ ਜਿਹੜੀ ਗੱਲ ਹੈ ਉਹ communicate ਕਰ ਪਾ ਰਹੇ ਹੋ ਨਹੀਂ, ਤੁਸੀਂ ਦੂਜਿਆਂ ਨੂੰ ਸਮਝਾ ਪਾ ਰਹੇ ਹੋ ਜਾਂ ਨਹੀਂ, right? ਉਸ ਤੋਂ ਬਾਅਦ other qualities like confidence, ਤੁਹਾਡੇ ਵਿੱਚ confidence ਕਿੰਨਾ ਹੈ, right? How much confident you are about your preparation towards your aim, right? Motivation, ਤੁਹਾਡੇ ਵਿੱਚ motivation ਕਿੰਨੀ ਹੈ, ਤੁਸੀਂ ਕਿੰਨਾ determined ਹੋ ਆਪਣੇ aim ਨੂੰ ਲੈ ਕੇ, right? And the raw form of qualities expected to be in potential aspirant. Raw like ਮਤਲਬ ਕਿ ਐਵੇਂ ਦੀ qualities ਜੋ at least needed ਨੇ ਤਾਂ ਜੋ ਤੁਹਾਨੂੰ ਉਹ ਹੋਰ ਜ਼ਿਆਦਾ ਸਿਖਾ ਸਕਣ, ਰਾਈਟ। ਤੁਹਾਡੇ ਵਿੱਚ ਉਹ ਕੁਆਲਿਟੀਜ਼ ਆਫੀਸਰ ਲਾਈਕ ਕੁਆਲਿਟੀਜ਼ ਹੋਰ ਜ਼ਿਆਦਾ ਇੰਡਕਟ ਕਰ ਸਕਣ, ਤੁਹਾਨੂੰ ਹੋਰ ਜ਼ਿਆਦਾ ਸਿਖਾ ਸਕਣ, ਰਾਈਟ। ਇੰਟਰਵਿਊ ਵਿਲ ਬੀ ਕੰਡਕਟਡ ਐਟ ਦ ਇੰਸਟੀਚਿਊਟ ਬਾਈ ਦ ਟੀਮ ਆਫ ਟ੍ਰੇਨਡ ਆਫੀਸਰਸ। ਜਿਹੜੀ ਇੰਟਰਵਿਊ ਹੈ ਤੁਹਾਡੇ AFPI ਦਾ ਜਿਹੜਾ ਇੰਸਟੀਚਿਊਟ ਹੈ ਮੋਹਾਲੀ ਵਿੱਚ ਸੈਕਟਰ 77 ਵਿੱਚ, ਉੱਥੇ ਹੀ ਲਿੱਤੀ ਜਾਂਦੀ ਹੈ, ਰਾਈਟ। ਜਿਹੜੀ ਅਕੈਡਮੀ ਫੈਕਲਟੀ ਹੈ ਟ੍ਰੇਨਡ ਆਫੀਸਰਸ ਨੇ ਉਹੀ ਤੁਹਾਡੀ ਇੰਟਰਵਿਊ ਲੈਂਦੇ ਨੇ ਤੇ ਉਹੀ ਤੁਹਾਨੂੰ ਜੋ ਹੈ ਅੱਗੇ ਅਸੈਸ ਕਰਦੇ ਨੇ, ਰਾਈਟ। ਉਸ ਤੋਂ ਬਾਅਦ ਜੋ ਹੈ ਤੁਹਾਡੇ ਦਿਮਾਗ 'ਚ ਇੱਕ ਕੁਐਸਚਨ ਆਏਗਾ ਕਿ ਵਾਈ ਨਿੰਬਸ ਫॉर ਪ੍ਰੀਪਰੇਸ਼ਨ ਆਫ AFP ਐਂਟਰ ਐਗਜ਼ਾਮ। ਤੁਸੀਂ ਨਿੰਬਸ ਨੂੰ ਕਿਉਂ ਚੂਜ਼ ਕਰੋ, ਰਾਈਟ। ਜਿਵੇਂ ਕਿ ਆਪਾਂ ਪਹਿਲਾਂ ਜਾਣਦੇ ਹਾਂ ਨਿੰਬਸ ਇਜ਼ ਦੀ ਵਨ ਸਟਾਪ ਇਫ ਯੂ ਵਾਂਟ ਟੂ ਪ੍ਰੀਪੇਅਰ ਫॉर ਐਨੀ ਡਿਫੈਂਸ ਸਰਵਿਸਿਜ਼ ਐਂਟਰੈਂਸ ਐਗਜ਼ਾਮ, ਰਾਈਟ। ਸੋ ਦਿਸ ਇਜ਼ ਐਨ ਓਪਰਚੁਨਿਟੀ। ਆਪਾਂ ਸਾਨੂੰ ਲੱਗਿਆ ਕਿ ਜਿਹੜੇ ਬੱਚੇ 10th ਨੇ ਉਹਨਾਂ ਨੂੰ ਵੀ ਪ੍ਰੀਪੇਅਰ ਕਰਨਾ ਚਾਹੀਦਾ ਬਿਕੋਜ਼ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਰਾਈਟ। ਸੋ ਵੀ ਪ੍ਰੋਵਾਈਡ ਯੂ ਦ ਬੈਸਟ ਫੈਕਲਟੀ ਇਨ ਟ੍ਰਾਈ ਸਿਟੀ, ਬੈਸਟ ਫੈਕਲਟੀ ਜੋ ਕਿ ਟ੍ਰੇਨਡ ਫੈਕਲਟੀ ਹੈ, ਜੋ ਕਿ ਤੁਹਾਨੂੰ ਤੁਹਾਡੀ ਪ੍ਰੀਪਰੇਸ਼ਨ ਵਿੱਚ ਹੋਰ ਹੈਲਪ ਕਰਨਗੇ, ਤੁਹਾਨੂੰ ਜਿਹੜੇ ਤੁਹਾਡੇ ਡਾਊਟਸ ਨੇ ਉਹਨੂੰ ਕਲੀਅਰ ਵਿੱਚ ਹੈਲਪ ਕਰਨਗੇ। ਆਫਟਰ ਦੈਟ ਤੁਹਾਨੂੰ ਸੈਲਫ ਸਟੱਡੀ ਲਈ ਬੁੱਕਸ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜੋ ਕਿ ਸਪੈਸ਼ਲੀ ਡਿਜ਼ਾਈਨ ਹੈ ਟੂਵਰਡਸ ਯੋਰ AFP ਐਂਟਰੈਂਸ ਐਗਜ਼ਾਮ। ਤੁਹਾਨੂੰ ਇੱਕ ਸਪੈਸ਼ਲ ਅਸੀਂ ਬੁੱਕਸ ਆਪਣੀ ਨਿੰਬਸ ਡਿਫੈਂਸ ਅਕੈਡਮੀ ਦੀ ਸਾਡੀ ਬੁੱਕਸ ਨੇ ਜੋ ਕਿ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ, ਜੋ ਤੁਸੀਂ ਨਿੰਬਸ ਡਿਫੈਂਸ ਅਕੈਡਮੀ ਦੇ ਥਰੂ ਪੜ੍ਹਦੇ ਨੇ, ਜੋ ਕਿ ਸਪੈਸ਼ਲੀ ਏਮ ਕਰਦੀਆਂ ਨੇ ਕਿ ਤੁਸੀਂ AFPI ਹੀ ਲਈ ਪੜ੍ਹੋ, ਰਾਈਟ। ਉਹ ਮੇਨਲੀ ਡਿਜ਼ਾਈਨਡ ਹੀ ਇਸ ਲਈ ਨੇ ਕਿ ਜਿਸ ਦੇ ਵਿੱਚ AFP ਦਾ ਹੀ ਸਿਲੇਬਸ ਕਵਰ ਹੁੰਦਾ। ਆਫਟਰ ਦੈਟ ਤੁਹਾਨੂੰ ਆਨਲਾਈਨ ਐਂਡ ਆਫਲਾਈਨ ਮੋਡ ਦੋਨੋਂ ਦੇ ਥਰੂ ਪੜ੍ਹਨ ਦਾ ਜਿਹੜਾ ਹੈ ਮੌਕਾ ਮਿਲਦਾ। ਕਈ ਵਾਰ ਹੁੰਦਾ ਕਿ ਬੱਚਾ ਦੂਰ ਬੈਠਾ ਹੈ, ਰਾਈਟ, ਹੀ ਮੇ ਬੀ ਫਰੋਮ ਗੁਰਦਾਸਪੁਰ, ਹੀ ਮੇ ਬੀ ਫਰੋਮ ਅੰਮ੍ਰਿਤਸਰ, ਤੇ ਚੰਡੀਗੜ੍ਹ ਤੋਂ ਕਾਫੀ ਦੂਰ ਪੈ ਜਾਂਦਾ, ਰਾਈਟ। ਸੋ ਉਹਨਾਂ ਬੱਚਿਆਂ ਲਈ ਇੱਕ ਆਪਸ਼ਨ ਅਵੇਲੇਬਲ ਹੈ ਆਨਲਾਈਨ ਦਾ, ਜਿੰਨੀਆਂ ਵੀ ਸੈਲਫ ਸਟੱਡੀ ਦੀ ਬੁੱਕਸ ਹੁੰਦੀਆਂ ਨੇ, ਤੁਹਾਡਾ ਸਟੱਡੀ ਮਟੀਰੀਅਲ ਹੈ, ਦੈਟ ਵਿਲ ਬੀ ਪਾਰਸਲ ਟੂ ਯੂ। ਤੁਹਾਨੂੰ ਕੋਰੀਅਰ ਦੇ ਥਰੂ ਤੁਹਾਡੇ ਕੋਲ ਪਹੁੰਚ ਜਾਏਗਾ, ਤੁਹਾਡੀ ਬੁੱਕਸ ਤੁਹਾਡੇ ਕੋਲ ਪਹੁੰਚ ਜਾਣਗੀਆਂ। ਤੁਸੀਂ ਆਨਲਾਈਨ ਕਲਾਸਿਸ ਦੇ ਥਰੂ ਵੀ ਜੋ ਹੈ ਆਪਣੀ ਤਿਆਰੀ ਕੰਟੀਨਿਊ ਕਰ ਸਕਦੇ ਹੋ ਨਿੰਬਸ ਡਿਫੈਂਸ ਅਕੈਡਮੀ ਨਾਲ। ਤੁਹਾਨੂੰ ਜੋ ਹੈ ਆਨਲਾਈਨ ਟੀਚਰਸ ਪੜ੍ਹਾਉਂਦੇ ਨੇ, ਐਕਸਪੀਰੀਅੰਸ ਟੀਚਰਸ ਨੇ ਜੋ ਆਨਲਾਈਨ ਟੀਚਿੰਗ ਵਿੱਚ ਕਾਫੀ ਜ਼ਿਆਦਾ ਐਕਸਪੀਰੀਅੰਸ ਨੇ, ਤੇ ਉਹ ਇੱਕ ਬੈਸਟ ਕੁਆਲਿਟੀ ਆਫ ਟੀਚਿੰਗ ਡਿਲੀਵਰ ਕਰਦੇ ਨੇ। ਉਸ ਤੋਂ ਬਾਅਦ ਤੁਹਾਨੂੰ ਪ੍ਰੀਪਰੇਸ਼ਨ ਜੋ ਹੈ ਇੰਟਰਵਿਊ ਦੀ ਵੀ ਕਰਵਾਈ ਜਾਂਦੀ ਹੈ। ਇਹ ਨਹੀਂ ਹੈ ਕਿ ਸਿਰਫ ਤੁਹਾਨੂੰ ਰਿਟਨ ਐਗਜ਼ਾਮ ਦੀ ਤਿਆਰੀ ਕਰਵਾਈ ਜਾਏਗੀ, ਇਟਸ ਅ whole package for you। ਤੁਹਾਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਫਰੋਮ ਦੀ ਐਕਸਪੀਰੀਅੰਸ GTO ਫਰੋਮ SSBs। ਸਾਡੇ ਕੋਲ ਵੀ ਉਹ ਜਿਹੜੇ ਟ੍ਰੇਨਰਸ ਨੇ ਜੋ SSB ਵਿੱਚ ਪਹਿਲਾਂ ਜੋ ਹੈ ਆਪਣੀ ਸਰਵਿਸਿਜ਼ ਦੇ ਥਰੂ ਕੰਮ ਕਰ ਚੁੱਕੇ ਨੇ, ਰਾਈਟ। ਉਹ ਟ੍ਰੇਨਰਸ ਆ ਕੇ ਤੁਹਾਨੂੰ ਇੰਟਰਵਿਊ ਬਾਰੇ ਦੱਸਦੇ ਨੇ, ਸਿਖਾਉਂਦੇ ਨੇ ਕਿ ਤੁਹਾਨੂੰ ਆਨਸਰ ਕਿਵੇਂ ਕਰਨਾ, ਤੁਹਾਨੂੰ ਆਪਣੇ ਬਾਰੇ ਐਕਸਪ੍ਰੈਸ ਕਿਵੇਂ ਕਰਨਾ ਹੈ, ਰਾਈਟ। ਇੰਟਰਵਿਊ ਵਿੱਚ ਤੁਸੀਂ ਕਿਵੇਂ ਸੋਚਣਾ ਹੈ, ਇੰਟਰਵਿਊ ਵਿੱਚ ਆਨਸਰ ਦੇਣ ਦੇ ਟਾਈਮ ਤੁਸੀਂ ਕਿਆ ਸੋਚ ਕੇ ਆਨਸਰ ਦੇਣੇ, ਤਾਂ ਇਹ ਸਭ ਤੁਹਾਨੂੰ ਇੰਟਰਵਿਊ ਲਈ ਵੀ ਸਿਖਾਇਆ ਜਾਂਦਾ ਹੈ। ਉਸ ਤੋਂ ਬਾਅਦ ਕੰਫਰਟੇਬਲ ਕਲਾਸ ਕਲਚਰ, ਰਾਈਟ। ਕਲਾਸ ਕਲਚਰ ਕਾਫੀ ਕੰਫਰਟੇਬਲ ਹੈ, ਟੀਚਰਸ ਕਾਫੀ ਫ੍ਰੈਂਡਲੀ ਨੇ ਤੁਹਾਡੇ ਨਾਲ, ਬਹੁਤ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣਗੇ, ਰਾਈਟ। ਦੇ ਆਲਸੋ ਵਾਂਟ ਕਿ ਤੁਸੀਂ ਜੋ ਵੀ ਹੈ ਆਪਣਾ ਏਮ ਹੈ ਉਸ ਵਿੱਚ ਐਕਸੈਲ ਕਰੋ। ਉਸ ਤੋਂ ਬਾਅਦ ਤੁਹਾਡੇ ਮੌਕ ਟੈਸਟ ਸੀਰੀਜ਼ ਇਜ਼ ਕੰਡਕਟਡ। ਸੀ ਆਪਾਂ ਕੁਝ ਵੀ ਪੜ੍ਹਦੇ ਹਾਂ ਤਾਂ ਉਸ ਦੀ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ ਨਾ। ਅਗਰ ਆਪਾਂ ਤੁਹਾਨੂੰ ਸਿਰਫ ਪੜ੍ਹਾਈ ਜਾਵਾਂਗੇ ਤਾਂ ਉਹ ਕੰਮ ਨਹੀਂ ਕਰੇਗਾ। ਤੁਹਾਨੂੰ ਅਸਲ ਵਿੱਚ ਇਹ ਸੋਚਣਾ ਹੈ ਵੀ ਜਦ ਤੁਸੀਂ ਐਗਜ਼ਾਮ ਦੇ ਰਹੇ ਹੋ ਤਾਂ ਤੁਸੀਂ ਉਸ ਟਾਈਮ ਕਿਵੇਂ ਫੀਲ ਕਰ ਰਹੇ ਹੋ। ਤਾਂ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਜਿਹਨੂੰ ਆਪਾਂ ਮੌਕ ਟੈਸਟ ਕਹਿੰਦੇ ਆ, ਰਾਈਟ। ਜਿਵੇਂ ਹੀ ਤੁਸੀਂ ਆਪਣੀ ਤਿਆਰੀ ਸਟਾਰਟ ਕਰਦੇ ਹੋ ਨਿੰਬਸ ਡਿਫੈਂਸ ਅਕੈਡਮੀ ਨਾਲ, ਤੁਹਾਡੀ ਮੌਕ ਟੈਸਟ ਸੀਰੀਜ਼ ਵੀ ਜੋ ਹੈ ਅਸੀਂ ਕੰਡਕਟ ਕਰਵਾਉਂਦੇ ਹਾਂ ਸੋ ਦੈਟ ਯੂ ਕੈਨ ਫੀਲ ਕਿ ਅਸਲ ਵਿੱਚ ਟੈਸਟ ਜੋ ਹੈ ਪੇਪਰ ਹੈ AFP ਦਾ ਉਹ ਆਏਗਾ ਕਿਵੇਂ, ਰਾਈਟ। ਹਾਊ ਵਿਲ ਯੂ ਫੀਲ ਜਦ ਤੁਹਾਡੇ ਕੋਲ ਅਸਲ ਚ ਪੇਪਰ ਆਏਗਾ। ਸੋ ਇਹ ਕਾਫੀ ਜ਼ਿਆਦਾ ਹੈਲਪ ਕਰਦਾ, ਤੁਸੀਂ ਆਪਣੇ ਆਪ ਨੂੰ ਅਸੈਸ ਕਰ ਪਾਓਗੇ ਤੁਸੀਂ ਕਿੰਨਾ ਵਧੀਆ ਪਰਫਾਰਮ ਕਰ ਰਹੇ ਹੋ। ਉਸ ਤੋਂ ਬਾਅਦ ਤੁਹਾਨੂੰ ਰੈਗੂਲਰ ਅਸੈਸਮੈਂਟ ਟੈਸਟ ਜੋ ਹੈ ਕੰਡਕਟ ਕੀਤੇ ਜਾਂਦੇ ਨੇ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਤੁਹਾਨੂੰ ਕਿੰਨੀ ਇੰਪਰੂਵਮੈਂਟ ਦੀ ਜ਼ਰੂਰਤ ਹੈ, ਰਾਈਟ। ਹਾਊ ਮਚ ਇੰਪਰੂਵਮੈਂਟ ਇਜ਼ ਨੀਡਡ ਐਂਡ ਹਾਊ ਮਚ ਯੂ ਨੀਡ ਟੂ ਸਕੋਰ to clear that particular cutoff of AFP entrance exam, right? So all these are perks of taking admission in Nimbus Defense Academy and preparing for your AFP entrance exam.
ਉਸ ਤੋਂ ਬਾਅਦ ਤੁਹਾਡੀ ਜਿਹੜੀ ਮੌਕ ਟੈਸਟ ਸੀਰੀਜ਼ ਹੈ, ਸਪੈਸ਼ਲੀ ਡਾਊਟ ਹੁੰਦਾ ਕਿ ਮੌਕ ਟੈਸਟ ਸੀਰੀਜ਼ ਕਦੋਂ ਸ਼ੁਰੂ ਹੋਏਗੀ, ਰਾਈਟ, ਵੈਨ ਵਿਲ ਇਟ ਸਟਾਰਟ। ਸੋ ਜੋ ਮੌਕ ਟੈਸਟ ਸੀਰੀਜ਼ ਹੈ that will be starting from mid of the November, ਜਦੋਂ ਅਸੀਂ ਤੁਹਾਡਾ ਜੋ ਕੋਰਸ ਹੈ ਉਹ ਸ਼ੁਰੂ ਕਰ ਦਾਂਗੇ, ਰਾਈਟ। So this was the whole information about the AFP entrance exam plus personal interview, right? I hope many of guys will join up with me for your preparation of AFP entrance exam. Thank you. That's all for the day.